ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਓ ਜੀ ਇਸ ਹਫ਼ਤੇ ਦਾ ਅਭਿਆਸ ਸਰਵਣ ਕਰੀਏ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜੇਰਜ ਉਤ ਪੁਜਾ ਖਾਣੀ ਸੇ ਤਜਾ ਸੋ ਮਿਤ ਜਾਣੈ ਨਾਨਕਾ ਆਸਰਾ ਮੇਰਾ ਜੰਤਾ ਨਾਨਕ ਜੰਤ ਉਪਾਏ ਕੈ ਸੰਭਾਲੈ ਸਭਨਾ ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਾਸਥ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਇਹ ਸ਼ਲੋਕ ਆਸਾ ਜੀ ਦੀ ਵਾਰ ਦੇ ਵਿੱਚ ਪਹਿਲੇ ਮਹਿਲ ਪਹਿਲੇ ਘਰ ਦੇ ਵਿੱਚ ਸੀਗੇ ਜੋ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਸਰੂਪ ਉਹਨਾਂ ਦੇ ਮੁਖਾਰ ਬਿੰਦ ਉਚਾਰਨ ਕੀਤਾ ਗਿਆ ਜੀ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਜਦੋਂ ਇਸ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀ, ਉਹ ਪ੍ਰਭੂ ਪਰਮਾਤਮਾ ਤਾਂ ਉਸ ਵੇਲੇ ਵੀ ਸੀਗਾ ਨਾ। ਉਸਨੇ ਬਸ ਖੁਦ ਨੂੰ ਇਸ ਪਸਾਰੇ ਦੇ ਵਿੱਚ ਜਦੋਂ ਸਰਗੁਣ ਸਰੂਪ ਦੇ ਵਿੱਚ ਆਉਣਾ ਸੀ ਨਾ, ਆਪਣੀ ਜੋਤ ਨੂੰ ਇੱਕ ਸਰਗੁਣ ਸਰੂਪ ਦੇ ਵਿੱਚ ਪਸਾਰ ਲਿਆ। ਇੱਕ ਖੇਡ ਖੇਡੀ, ਇੱਕ ਕਲਾ ਖੇਡੀ। ਜਿਵੇਂ ਇੱਕ ਪੇਂਟਰ ਇੱਕ ਪੇਂਟ ਕਰਦਾ ਹੈ ਆਪਣੀ, ਹੈ ਨਾ, ਕੋਈ ਕਲਾ ਕਰਦਾ, ਉਸ ਤਰ੍ਹਾਂ ਪਰਮਾਤਮਾ ਨੇ ਆਪਣੇ ਸਰੂਪ ਨੂੰ ਇਸ ਸਾਰੇ ਪਸਾਰੇ ਦੇ ਵਿੱਚ ਪਸਰ ਲਿਆ। ਤਾਂ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਨੇ ਕਿ ਜਿੰਨੀ ਵੀ ਚੀਜ਼ਾਂ ਆਪਾਂ ਦੇਖ ਰਹੇ ਹਨ, ਭਾਵੇਂ ਉਹ ਪੁਰਸ਼ਾ ਮਨੁੱਖਾ ਬਿਰਖਾਂ ਰੁੱਖ ਹੈਗੇ ਨੇ, ਤੀਰਥ ਹੈਗੇ ਨੇ, ਤੱਟ ਹੈ, ਭਾਵੇਂ ਉਹ ਤੀਰਥਾਂ ਦੇ ਜੋ ਤੱਟ ਹੈ, ਨਦੀਆਂ ਦੇ ਕਿਨਾਰੇ ਹਨ, ਭਾਵੇਂ ਉਹ ਬੱਦਲ ਨੇ, ਉਹ ਖੇਤ ਨੇ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਂ। ਦੀਪਾਂ ਉਹ ਧਰਤੀ ਵਿੱਚ ਜਿਹਦੇ ਦੋਨੋਂ ਪਾਸਿਆਂ ਵੱਲ ਪਾਣੀ ਹੋਵੇ ਉਹਨੂੰ ਦੀਪ ਕਿਹਾ ਜਾਂਦਾ। ਲੋਆਂ ਮਤਲਬ ਕਿ ਲੋਕ ਵੀ ਸਾਰੇ ਜਗਤ ਦਾ ਇੱਕ ਇੱਕ ਹਿੱਸਾ। ਸਾਧਾਰਨ ਵੀ ਨੋਰਮਲੀ ਸੁਣਿਆ ਗਿਆ ਕਿ 3 ਲੋਕ ਗਿਣੇ ਗਏ ਨੇ ਕਿ ਸਵਰਗ ਆ, ਪ੍ਰਿਥਵੀ ਆ, ਪਾਤਾਲ ਆ, ਪਰ ਇਸ ਤੋਂ ਵਧੇਰੀ ਗਿਣਤੀ ਕਹਿੰਦੇ 14 ਲੋਕਾਂ ਦੀ ਵੀ ਕੀਤੀ ਗਈ ਆ। ਵੀ 7 ਲੋਕ ਧਰਤੀ ਤੋਂ ਉੱਪਰ ਵੱਲ ਹਨ ਜੀ ਅਤੇ 7 ਲੋਕ ਧਰਤੀ ਦੇ ਹੇਠਲੇ ਪਾਸੇ ਨੇ। ਮੰਡਲਾਂ ਖੰਡਾਂ ਵਰ ਪੰਡਾਂ। ਮੰਡਲ ਹੁੰਦਾ ਹੈ ਕਿ ਜਿੱਦਾਂ ਚੱਕਰ ਆ, ਚੰਦ ਆ, ਸੂਰਜ ਆ, ਧਰਤੀ ਆ, ਵੀ ਜਿੰਨੇ ਵੀ ਗ੍ਰਹਿਆਂ ਦਾ ਇੱਕ ਕੱਟ ਕਹਿ ਲਓ ਜਾਂ ਚੱਕਰ ਕਹਿ ਲਓ, ਵੀ ਉਹਨੂੰ ਮੰਡਲ ਕਹਿੰਦੇ ਨੇ। ਸੋਲਰ ਸਿਸਟਮ ਵੀ ਕਿਹਾ ਜਾ ਸਕਦਾ, ਜਿੱਦਾਂ ਆਪਾਂ ਕਹਿੰਦੇ ਨੇ ਪੜ੍ਹਦੇ ਹਾਂ। ਖੰਡਾਂ ਵੀ ਕਿਸੇ ਧਰਤੀ ਦਾ ਇੱਕ ਹਿੱਸਾ ਹੋਵੇ, ਉਹਨੂੰ ਐਜ਼ ਐਨ ਕੌਂਟੀਨੈਂਟ ਵੀ ਕਹਿ ਦਿੰਦੇ ਹਾਂ, ਤਾਂ ਉਹਨੂੰ ਖੰਡ ਕਿਹਾ ਗਿਆ। ਵਰਪੰਡਾਂ ਬ੍ਰਹਿਮੰਡ ਨੂੰ, ਯੂਨੀਵਰਸ ਨੂੰ ਕਹਿੰਦੇ ਹਾਂ ਬ੍ਰਹਿਮੰਡ, ਜਿਵੇਂ ਵਰਪੰਡ। ਗੁਰੂ ਸਾਹਿਬ ਕਹਿੰਦੇ ਕਿ ਇਹ ਸਭ 'ਚੋਂ ਵੀ ਪਰਮਾਤਮਾ ਇੱਕ ਤਰੀਕੇ ਨਾਲ ਉਹਨੇ ਆਪ ਨੂੰ ਦ੍ਰਿਸ਼ਟੀਮਾਨ ਕਰਿਆ ਹੈਗਾ, ਵੀ ਜਿਹੜਾ ਸਰਗੁਣ ਸਰੂਪ ਸਾਨੂੰ ਦਿਸਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਕਿ ਵੀ ਜਿੰਨੇ ਇਹ ਸਾਰੇ ਉਹਨਾਂ ਨੇ ਪਲੈਨਟਸ ਦੱਸਿਆ, ਬ੍ਰਹਿਮੰਡ ਦੱਸਿਆ, ਵੀ ਉਹਨਾਂ 'ਤੇ ਫਿਰ ਇੱਕ ਜੀਆਂ ਨੂੰ ਪੈਦਾ ਕਰਨ ਲਈ ਵੀ ਸੋਰਸਿਸ, ਖਾਣੀਆਂ ਵੀ ਜਿਨ੍ਹਾਂ ਤੋਂ ਜੀਅ ਪੈਦਾ ਹੋਏ, ਉਹ ਗੁਰੂ ਸਾਹਿਬ ਨੇ ਵੀ ਸਾਨੂੰ ਦੱਸੇ ਨੇ ਇਸ ਸ਼ਲੋਕ ਦੇ ਵਿੱਚ। ਜਿਵੇਂ ਅੰਡਜ ਵੀ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਹੁੰਦੇ, ਜਿੱਦਾਂ ਪੰਛੀ ਹੁੰਦੇ ਆ, ਸਭ ਆਂਡਿਆਂ 'ਚ ਹੁੰਦੇ ਨੇ। ਜੇਰਜ ਜਿਵੇਂ ਜਿਉਰ ਤੋਂ ਪੈਦਾ ਹੋਣ ਵਾਲੇ, ਜਿਵੇਂ ਮਨੁੱਖ ਹੈਗਾ, ਪਸ਼ੂ ਆ, ਇਹ ਸਾਰੇ ਜੇਰਜ ਤੋਂ ਪੈਦਾ ਹੁੰਦੇ ਨੇ। ਉਤਪੁਜਾਂ ਵੀ ਜਿਹੜੇ ਧਰਤੀ 'ਚ ਉੱਗਦੇ ਨੇ, ਵੀ ਜਿੰਨੀ ਬਨਸਪਤੀ ਆ ਹੈ ਨਾ,
ਇਹ ਸਾਰੀ ਬਨਸਪਤੀ ਧਰਤੀ ਚੁੱਕਦੀ ਹੈ। ਜਿੰਨੇ ਵੀ ਅਸੀਂ ਫਲ ਫਰੂਟ ਅਸੀਂ ਸਬਜ਼ੀਆਂ ਖਾਂਦੇ ਹਾਂ ਬਨਸਪਤੀ ਤੋਂ ਉੱਗਦੀ ਆ। ਖਾਣੀ ਸਿਹਤ ਜਾਂ ਖਾਣੀ ਉਹੀ ਕਿ ਵੀ ਜਿਹੜਾ ਸੋਰਸ ਆ ਉਸ ਕ੍ਰੀਏਸ਼ਨ ਦਾ ਵੀ ਉਹ ਜੀਵ ਜਿਸ ਤੋਂ ਪੈਦਾ ਹੁੰਦੇ ਉਤਪੱਤੀ ਦੀ ਥਾਂ ਹਨ। ਅਤੇ ਸਿਹਤਜ ਹੁੰਦਾ ਕਿ ਜਿਹੜੇ ਹਿਊਮਸ ਤੋਂ ਜਿਵੇਂ ਪਸੀਨੇ ਤੋਂ ਪੈਦਾ ਹੁੰਦੇ ਨੇ ਜੀਵ, ਉਹਨਾਂ ਜੀਵਾਂ ਦੀ ਉਹਨਾਂ 'ਚੋਂ ਕ੍ਰੀਏਸ਼ਨ ਹੁੰਦੀ ਆ। ਅਤੇ ਵੀ ਸੋ ਗੁਰੂ ਸਾਹਿਬ ਕਹਿੰਦੇ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਵੀ ਉਹ ਪ੍ਰਭੂ ਸੋ ਐਜ਼ ਇਨ ਉਹਨਾਂ ਨੂੰ ਕਿਹਾ ਗਿਆ ਗੁਰੂ ਸਾਹਿਬ ਨੂੰ, ਉਹ ਪ੍ਰਭੂ ਮਿਤ ਜਾਣੈ ਨਾਨਕਾ, ਵੀ ਉਹ ਜਿਹੜਾ ਪਰਮਾਤਮਾ ਹੈ ਨਾ, ਮਿਤ ਹੁੰਦਾ ਮਰਿਆਦਾ, ਵੀ ਉਹੀ ਉਹਨਾਂ ਦੀ ਕਿੱਦਾਂ ਖਿਆਲ ਰੱਖਣਾ ਹੈ ਨਾ, ਵੀ ਉਹ ਸਾਰੇ ਜਿਹੜਾ ਸਰਾ ਮਤਲਬ ਸਰੋਵਰਾਂ ਦੀ, ਮੇਰਾ ਮਤਲਬ ਕਿ ਪਰਬਤ ਜਿੰਨੇ ਵੀ ਹੈਗੇ ਆ ਨਾ, ਜਨਤਾ ਸਾਰੇ ਜੀਵਾਂ ਦੀ, ਵੀ ਉਹਨੂੰ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਵੀ ਉਹਨੂੰ ਹੀ ਹੈ, ਕਿਉਂਕਿ ਉਹਨੇ ਤਾਂ ਪੈਦਾ ਕੀਤੇ ਆ ਨਾ, ਤਾਂ ਉਹਨੂੰ ਸਭ ਦਾ ਪਤਾ ਕਿ ਉਹਨੇ ਕਿੰਨੀ ਉਹਨਾਂ ਦੀ ਗਿਣਤੀ ਹੈ ਨਾ, ਕੀ ਉਹਨਾਂ ਦੀ ਕੰਡੀਸ਼ਨ, ਕੀ ਮਰਿਆਦਾ ਹਰੇਕ ਜੀਵ ਦੀ ਕਿੰਨੀ ਗਿਣਤੀ ਹੈ, ਉਹ ਸਭ ਉਹ ਪਰਮਾਤਮਾ ਨੂੰ ਸਿਰਫ ਉਹਨਾਂ ਦੀ ਕੰਡੀਸ਼ਨ ਦਾ ਪਤਾ। ਹੁਣ ਇੱਥੇ ਇੱਕ ਬ੍ਰਹਮਾ ਜੀ ਦੀ ਵੀ ਬਹੁਤ ਵਾਰ ਮੈਂਸ਼ਨ ਕੀਤਾ ਜਾਂਦਾ ਹੈ ਕਿ ਜਦੋਂ ਕੁਦਰਤ ਗੁਰੂ ਸਾਹਿਬ ਨੇ ਬਣਾਈ ਹੈ ਨਾ, ਕਿ ਬ੍ਰਹਮਾ ਨੇ, ਕਿਉਂਕਿ ਬ੍ਰਹਮਾ ਇੱਕ ਮਤਲਬ ਕ੍ਰੀਏਸ਼ਨ ਆਫ ਗੋਡ ਉਹਨੂੰ ਮੰਨਿਆ ਜਾਂਦਾ, ਕਿ ਉਹ ਕਹਿੰਦਾ ਕਿ ਮੈਂ ਵੀ ਦੇਖਣਾ ਵੀ ਕਿੰਨੀ ਵੀ ਇਹਦੀ ਅੰਤ ਕੀ ਹੈ, ਇਹ ਸ੍ਰਿਸ਼ਟੀ ਦਾ, ਇਹ ਕੁਦਰਤ ਦਾ, ਇਹ ਜੀਆਂ ਦਾ ਵੀ ਕਿੰਨੀ ਗਿਣਤੀ ਹੈਗੀ ਇਹਦੀ, ਹੈ ਨਾ। ਤਾਂ ਕਿਹਾ ਜਾਂਦਾ ਕਿ ਉਹਨਾਂ ਨੇ ਸਾਰੀ ਇੱਕ ਧਰਤੀ ਦਾ ਚੱਕਰ ਮਾਰਿਆ, ਵੀ ਉਹਨਾਂ ਨੇ ਸਭ ਲੱਭਣ ਦੀ ਕੋਸ਼ਿਸ਼ ਕਰੀ, ਉਹਦੀ ਗਿਣਤੀ ਕਰਨ ਦੀ ਕੋਸ਼ਿਸ਼ ਕਰੀ, ਪਰ ਐਂਡ ਦੇ ਵਿੱਚ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਕੋਈ ਅੰਤ ਨਹੀਂ ਪਾਇਆ, ਉਹਨਾਂ ਨੇ ਨੀਤੀ ਕਿਹਾ ਕਿ ਵੀ ਇਹ ਪਰਮਾਤਮਾ ਵੀ ਤੇਰੀ ਜਿਹੜੀ ਇਹ ਕੁਦਰਤ ਸਾਜੀ ਵੀ ਇਹਦਾ ਤਾਂ ਕੋਈ ਅੰਤ ਨਹੀਂ ਆ। ਹੁਣ ਜਿੰਨੇ ਪਾਣੀ ਦੇ ਵਿੱਚ ਜਿੰਨੇ ਜੀਵ ਆ, ਹਵਾ ਦੇ ਵਿੱਚ ਜਿੰਨੇ ਜੀਵ ਆ, ਧਰਤੀ ਦੇ ਵਿੱਚ ਜਿੰਨੇ ਜੀਵ ਆ, ਇਹਨਾਂ ਦਾ ਕਿੱਥੇ ਅੰਤ ਪਾਇਆ ਜਾ ਸਕਦਾ। ਨਾਨਕ ਜੰਤ ਉਪਾਏ ਕੈ ਸੰਭਾਲੈ ਸਭਨਾ, ਵੀ ਉਹ ਪਰਮਾਤਮਾ ਇਕੱਲਾ ਉਹਨਾਂ ਜਨਤਾ ਨੂੰ ਪਾ ਹੀ ਨਹੀਂ ਰਿਹਾ, ਵੀ ਉਹਨਾਂ ਨੂੰ ਉਪਾ ਕੇ, ਉਹਨਾਂ ਨੂੰ ਪੈਦਾ ਕਰਕੇ ਵੀ ਉਹਨਾਂ ਦੀ ਸਾਂਭ ਸੰਭਾਲ ਵੀ ਕਰ ਰਿਹਾ। ਕਿਉਂਕਿ ਸਾਨੂੰ ਇਹ ਸੋਚਣ 'ਚ ਬਹੁਤ ਅਜੀਬ ਲੱਗਦਾ, ਕਿਉਂਕਿ ਅਸੀਂ ਤਾਂ ਸਿਰਫ ਆਪਣੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਦੇ ਹਾਂ, ਸਾਨੂੰ ਕਿੱਥੇ ਉਹ ਪਰਮਾਤਮਾ ਜਿਹੜੇ ਜੀਵਾਂ ਦਾ, ਜਿਸ ਕੁਦਰਤ ਦਾ ਵੀ ਗਿਣਤੀ ਨਹੀਂ ਕਰੀ ਜਾ ਸਕਦੀ, ਉਹ ਹਰ ਇੱਕ ਨੂੰ ਸੰਭਾਲ ਵੀ ਰਿਹਾ, ਕਿਉਂਕਿ ਉਹਦੀ ਜੋਤ ਆ, ਉਹ ਪਸਰਿਆ ਹੋਇਆ ਇੱਕ ਸਰਗੁਣ ਸਰੂਪ ਦੇ ਵਿੱਚ, ਸਭਨਾਂ ਦੀ ਟੇਕ ਕੇਅਰ ਵੀ ਕਰ ਰਿਹਾ, ਸਭਨਾਂ ਨੂੰ ਸੰਭਾਲ ਵੀ ਰਿਹਾ। ਉਹ ਸਮੁੰਦਰ ਜਿੰਨਾ ਤੁਸੀਂ ਡੀਪ ਜਾਂਦੇ ਆ, ਉੱਥੇ ਇੰਨਾ ਹਨੇਰਾ ਆ, ਉਹ ਹਨੇਰੇ ਦੇ ਵਿੱਚ ਕਿਹੜਾ ਜੀਵ ਦੀ ਕਿੱਦਾਂ ਸਾਂਭ ਸੰਭਾਲ ਹੋ ਰਹੀ ਹੈ, ਵੀ ਇਹ ਜੇ ਨੋਰਮਲੀ ਸੋਚਿਆ ਜਾਵੇ ਬੰਦੇ ਨੂੰ, ਕਿ ਸਿਰਫ ਆਪਾਂ ਖੋਜਦੇ ਹੀ ਹਾਂ ਕਿ ਮਨੁੱਖ ਦੀ ਇੱਕ ਭੁੱਖ ਆ, ਕਿ ਇੱਕ ਇਨਸਾਨ ਨੂੰ ਗੁਰੂ ਸਾਹਿਬ ਨੇ ਗੁਣ ਦਿੱਤਾ ਕਿ ਉਹਨੂੰ ਹਰ ਚੀਜ਼ ਮਤਲਬ ਕਿ ਭੋਗਣੀ ਨਹੀਂ ਆ, ਜਿੱਦਾਂ ਹੋਰ ਜੀਵ ਆ ਜਾਂ ਬਨਸਪਤੀ ਆ ਜਾਂ ਜੀ ਜੰਤ ਨੇ ਹੋਰ, ਹੈ ਨਾ, ਕਿ ਉਹ ਸਿਰਫ ਇਸ ਸੰਸਾਰ 'ਤੇ ਮੋਸਟਲੀ ਭੋਗਣ ਲਈ ਆਉਂਦੇ ਆ। ਅਤੇ ਸਿਰਫ ਇੱਕ ਇਨਸਾਨ ਹੈ ਕਿ ਜਿਹਨੇ ਗੁਰੂ ਸਾਹਿਬ ਨੇ ਸਿਰਫ ਭੋਗਣ ਨੂੰ ਨਹੀਂ ਇੱਕ ਬਖਸ਼ੀ, ਇੱਕ ਉਹਨੂੰ ਸੋਚ ਸਮਝਣ ਦੀ ਸ਼ਕਤੀ ਬਖਸ਼ੀ ਆ, ਕਿ ਉਹਨੂੰ ਹੁਣ ਇਨਸਾਨ ਨੂੰ ਹਰ ਚੀਜ਼ ਸਮਝਣ ਦੀ ਭੁੱਖ ਆ, ਕਿ ਉਹ ਮਤਲਬ ਕਿ ਫਾਈਂਡ ਆਊਟ ਕਰਨਾ ਚਾਹੁੰਦਾ ਕਿ ਵੀ ਜੇ ਆਹ ਸੋਲਰ ਸਿਸਟਮ ਹੈ ਤਾਂ ਜਿੱਦਾਂ ਜਿੰਨੇ ਵੀ ਸਾਇੰਟਿਸਟ ਆ ਕਿੱਦਾਂ ਇਹ ਫਾਈਂਡ ਆਊਟ ਕਰਦੇ ਕਿ ਜੇ ਮੂਨ ਹੈ ਤਾਂ ਉੱਥੇ ਜਾਣਾ ਹੈ, ਜਾਂ ਮਾਰਸ ਹੈ ਜਾਂ ਧਰਤੀ ਹੈ, ਵੀ ਇਹ ਗ੍ਰੈਵੀਟੇਸ਼ਨਲ ਪੁੱਲ ਕਿੱਦਾਂ ਹੈ, ਜਾਂ ਇਹ ਹਵਾ ਦੇ ਵਿੱਚ ਕਿੰਨੇ ਕਣ ਨੇ, ਆਪਣੇ ਬੋਡੀ ਦੇ ਅੰਦਰ ਕੀ ਆ, ਹਰ ਚੀਜ਼ ਨੂੰ ਇੱਕ ਖੋਜਣ ਦੀ ਭੁੱਖ ਰੱਖਦਾ ਹੈ ਨਾ। ਤਾਂ ਗੁਰੂ ਸਾਹਿਬ ਕਹਿੰਦੇ ਕਿ ਉਹ ਜਿਹੜੇ ਜੀ ਆ, ਇਹ ਤਾਂ ਚੱਲ ਇਨਸਾਨ ਤਾਂ ਕੋਈ ਨਾ ਕੋਈ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਨਾ, ਗੁਰੂ ਸਾਹਿਬ ਨੇ ਸੋਝੀ ਬਖਸ਼ੀ, ਪਰ ਜਿਹੜੇ ਜੀ ਪਾਣੀ ਦੇ ਵਿੱਚ ਆ, ਉਹਨਾਂ ਨੂੰ ਤਾਂ ਉੱਥੇ ਤਾਂ ਕੋਈ ਕਿਰਤ ਨਹੀਂ ਹੈਗੀ। ਜਿਵੇਂ ਗੁਰੂ ਸਾਹਿਬ ਦਾ ਸ਼ਬਦ ਵੀ ਆਉਂਦਾ ਕਿ ਉੱਥੇ ਵੀ ਕਿਹੜਾ ਕੋਈ ਕਿਰਤ ਕਰਦਾ ਹੈਗਾ ਨਾ, ਉੱਥੇ ਤਾਂ ਉਹੀ ਉਹਨਾਂ ਨੂੰ ਰਿਜ਼ਕ ਦੇ ਰਿਹਾ ਨਾ, ਵੀ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਕਰ ਰਿਹਾ। ਅਤੇ ਅੱਗੇ ਗੁਰੂ ਸਾਹਿਬ ਕਹਿੰਦੇ ਜਿਨ ਕਰਤੈ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ,
ਵੀ ਜਿਹੜੇ ਕਰਤਾਰ ਨੇ, ਜਿਨ ਕਰਤੇ ਵੀ ਉਹ ਕਰਤਾ ਉਹ ਪਰਮਾਤਮਾ ਪ੍ਰਭੂ, ਵੀ ਜਿਹਨੇ ਸ੍ਰਿਸ਼ਟ ਰਚੀ ਆ, ਵੀ ਇਹਦੀ ਪਾਲਣਾ ਦਾ ਵੀ ਫਿਕਰ ਉਹਨੂੰ ਹੀ ਆ, ਵੀ ਉਹਨੂੰ ਰਿਜ਼ਕ ਕਿੱਦਾਂ ਦੇਣਾ, ਵੀ ਕਿੰਨੀ ਉਮਰ ਉਹਨੇ ਭੋਗਣੀ ਆ, ਤਾਂ ਉਹ ਜਿੰਨੀ ਵੀ ਉਮਰ ਉਹਨੇ ਭੋਗਣੀ ਆ ਉਹਨੂੰ ਕਿੱਦਾਂ ਉਹਦੀ ਸਾਂਭ ਸੰਭਾਲ ਹੋਣੀ ਆ, ਇਹ ਸਭ ਦਾ ਚਿੰਤਾ ਵੀ ਉਸੀ ਪ੍ਰਭੂ ਪਰਮਾਤਮਾ ਨੂੰ ਆ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਵੀ ਜਿਹੜੇ ਕਰਤਾਰ ਨੇ ਜਗਤ ਪੈਦਾ ਕਰਿਆ ਵੀ ਉਹੀ ਇਹਨਾਂ ਦੇ ਖਿਆਲ ਰੱਖਦਾ ਹੈ। ਉਹ ਹੁਣ ਜੇ ਦੇਖਿਆ ਜਾਏ ਕਿ ਹੁਣ ਅੱਜ ਕੱਲ੍ਹ ਦੇ ਯੁੱਗ 'ਚ ਹੁਣ ਜਿਹੜਾ ਜਾਨਵਰ ਆ ਨਾ, ਉਹਨੂੰ ਤਾਂ ਕੋਈ ਚਿੰਤਾ ਨਹੀਂ ਆ, ਉਹ ਤਾਂ ਇੱਕ ਪਾਣੀ ਦੇ ਵਿੱਚ ਬਸ ਭੋਗੀ ਜਾ ਰਿਹਾ, ਉਹਨੂੰ ਕੋਈ ਚਿੰਤਾ ਨਹੀਂ ਆ ਕਿ ਉਹਨੂੰ ਮਿਲਣਾ ਖਾਣਾ ਨਹੀਂ ਆ ਉਹਦੇ ਲਈ। ਉਹ ਹੁਣ ਜੇ ਪਾਣੀ ਦੇ ਵਿੱਚੋਂ ਵੀ ਕੋਈ, ਹੁਣ ਜੇ ਬੀਚ 'ਤੇ ਵੀ ਜਾਈਏ, ਕਈ ਵਾਰੀ ਬਰਡਸ ਆ ਉਹ ਪਾਣੀ ਦੇ ਕੰਢੇ 'ਤੇ ਬਸ ਖੜੀਆਂ ਹੁੰਦੀਆਂ, ਉਹਨਾਂ ਤੋਂ ਕੋਈ ਪਾਣੀ 'ਚੋਂ ਕੋਈ ਇੱਕ ਛੋਟਾ ਕੀੜਾ ਮਕੌੜਾ ਉਹ ਮੂਹਰੇ ਬਸ ਵੇਵ ਦੇ ਨਾਲ ਆਉਂਦਾ ਅਤੇ ਉੱਥੇ ਬਾਹਰ ਆ ਜਾਂਦਾ ਅਤੇ ਕੀੜੀ ਨੇ ਉੱਥੋਂ ਚੁੱਕਣਾ, ਬਰਡ ਨੇ ਉੱਥੋਂ ਚੁੱਕਣਾ ਅਤੇ ਮੂੰਹ 'ਚ ਪਾ ਲੈਣਾ ਹੈਗਾ। ਵੀ ਉਹ ਕੋਈ ਸਟਰੈਸ ਤਾਂ ਨਹੀਂ ਆ ਉਹਨੂੰ ਕੋਈ, ਉਹ ਬਸ ਆਪਣਾ ਬੈਠਾ ਅਤੇ ਉਹਦਾ ਭੋਜਨ ਕਿਸੇ ਨਾ ਕਿਸੇ ਤਰੀਕੇ 'ਚ ਹੈ ਨਾ ਕਿ ਆ ਜਾਂਦਾ ਹੈਗਾ, ਉਹਨੂੰ ਕੋਈ ਚਿੰਤਾ ਨਹੀਂ ਹੈ, ਉਹ ਆਪ ਹੀ ਕਿਉਂਕਿ ਪਰਮਾਤਮਾ ਚਿੰਤਾ ਕਰ ਰਿਹਾ। ਪਰ ਇਨਸਾਨ ਨੂੰ ਗੁਰੂ ਸਾਹਿਬ ਨੇ ਸਮਝਾਉਣ ਵਾਸਤੇ ਐਗਜ਼ਾਮਪਲ ਦਿੱਤੇ, ਕਿਉਂਕਿ ਅਸੀਂ ਜੀਵ, ਅਸੀਂ ਸਾਰੇ ਕਿ ਅਸੀਂ ਚਿੰਤਾ ਕਰਦੇ ਹਾਂ, ਹਮੇਸ਼ਾ ਚਿੰਤਾ ਕਰਦੇ ਹਾਂ ਕਿ ਆਪਣੇ ਫਿਊਚਰ ਬਾਰੇ ਸੋਚ ਕੇ ਚਿੰਤਾ ਕਰਦੇ ਹਾਂ ਕਿ ਮੈਂ ਜੇ ਕਿਰਤ ਨਹੀਂ ਕਰੀ ਤਾਂ ਸ਼ਾਇਦ ਮੈਨੂੰ ਤਾਂ ਕੁਛ ਖਾਣ ਨੂੰ ਮਿਲੂ ਹੀ ਨਹੀਂ, ਹੈ ਨਾ, ਜਾਂ ਮੈਂ ਆਹ ਚੀਜ਼ ਨਹੀਂ ਕਰੀ, ਮੇਰਾ ਫਿਊਚਰ 'ਚ ਆਹ ਚੀਜ਼ ਨਹੀਂ ਹੋਣੀ ਹੈਗੀ। ਤਾਂ ਸਾਡੀ ਐਕਸਪੈਕਟੇਸ਼ਨ ਅਸੀਂ ਖੁਦ 'ਤੇ ਇੱਕ ਪੰਡ ਚੱਕੀ ਹੋਈ ਆ ਕਿ ਸ਼ਾਇਦ ਅਸੀਂ ਖੁਦ ਹੀ ਸਾਂਭ ਸੰਭਾਲ ਕਰਦੇ। ਪਰ ਗੁਰੂ ਸਾਹਿਬ ਕਹਿੰਦੇ ਕਿ ਨਹੀਂ, ਕਿ ਤੇਰੀ ਸਾਂਭ ਸੰਭਾਲ ਤਾਂ ਉਹ ਪਰਮਾਤਮਾ ਵੀ ਜਿਹਨੇ ਸਰਗੁਣ ਸਰੂਪ ਸਾਰੇ ਰਚਿਆ, ਵੀ ਉਹ ਸਾਂਭ ਸੰਭਾਲ ਜਿਹਨੇ ਉਪਾਇਆ ਵੀ ਹੈ, ਚਿੰਤਾ ਵੀ ਉਹੀ ਕਰ ਰਿਹਾ ਅਤੇ ਉਹ ਪਾਲ ਵੀ ਉਹੀ ਰਿਹਾ, ਵੀ ਉਹ ਸਾਡੀ ਇਸ 'ਚ ਕੋਈ ਚਿੰਤਾ ਨਹੀਂ ਆ। ਰਹਿਰਾਸ ਸਾਹਿਬ 'ਚ ਵੀ ਗੁਰੂ ਸਾਹਿਬ ਸਾਨੂੰ ਰੋਜ਼ ਸਮਝਾਉਂਦੇ ਨੇ, ਕਾਹੇ ਰੇ ਮਨ ਚਿਤਵਿਆ ਉਦਮ ਜਾਂ ਆਹਰ ਹਰ ਜਿਉ ਭਰਿਆ, ਵੀ ਉਹ ਵੀ ਤੂੰ ਕਿਉਂ ਚਿੰਤਾ ਕਰਦਾ, ਵੀ ਉਹ ਪਰਮਾਤਮਾ ਵੀ ਜਿਹਨੇ ਤੈਨੂੰ ਆਹਰ ਦੇਣਾ ਨਾ। ਅੱਗੇ ਗੁਰੂ ਸਾਹਿਬ ਜੀ ਦਾ ਉਹ ਮਹਿਲਾ ਦੂਜੇ 'ਚ ਵੀ ਆਉਂਦਾ ਸਦੀਵਾਰ 'ਚ ਕਿ ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਤਿਸ ਵਿੱਚ ਜੰਤ ਉਪਾਏ ਕਿਆ, ਦੇਖਿਆ ਥਾਪ ਉਥਾਪ, ਕਿਸਨੋਂ ਕਹੀਆ ਨਾਨਕਾ, ਸਭ ਕੁਛ ਆਪੇ ਆਪ। ਵੀ ਸਾਨੂੰ ਤਾਂ ਸਿਰਫ ਪਰਮਾਤਮਾ ਨੇ, ਪ੍ਰਭੂ ਪਰਮਾਤਮਾ ਨੇ ਸਾਨੂੰ ਸਿਰਫ ਇੰਨਾ ਕਿਹਾ ਵੀ ਤੂੰ ਜਿਹਨੇ ਤੈਨੂੰ ਉਪਾਇਆ ਨਾ, ਵੀ ਤੂੰ ਤਾਂ ਬਸ ਉਹਦਾ ਚਿੰਤਨ ਕਰ, ਤੂੰ ਬਸ ਉਹਨੂੰ ਯਾਦ ਕਰਨਾ, ਚਿੰਤਾ ਤਾਂ ਉਹ ਕਰ ਹੀ ਰਿਹਾ, ਸਿਰਫ ਤੈਨੂੰ ਪਰਮਾਤਮਾ ਦੇ ਚਿੰਤਨ ਕਰਨਾ, ਪ੍ਰਭੂ ਨੂੰ ਯਾਦ ਕਰਨਾ, ਪ੍ਰੇਮ ਕਰਨਾ। ਕਿੱਦਾਂ ਵੀ ਉਹ ਗੁਰੂ ਸਾਹਿਬ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਵੀ ਕਿੱਦਾਂ ਉਹ ਮੋਹ ਰਿਹਾ, ਵੀ ਉਹ ਪਰਮਾਤਮਾ ਨੂੰ ਬਸ ਮੰਨਣਾ, ਪ੍ਰੇਮ ਕਰਨਾ, ਕਿ ਕਿੱਦਾਂ ਉਹ ਕੁਦਰਤ ਦੇ ਵਿੱਚ ਇੱਕ ਬੱਦਲ ਬਣ ਕੇ ਕਿੱਦਾਂ ਸਾਡੇ 'ਤੇ ਮੀਂਹ 'ਚ ਵਰਸਦਾ, ਸਾਨੂੰ ਪ੍ਰੇਮ ਕਰਦਾ, ਜਿੱਥੇ ਲੋੜ ਹੁੰਦੀ ਪਾਣੀ ਦੀ ਆਪੇ ਬੱਦਲਾਂ ਦੇ ਰੂਪ 'ਚ ਪਹੁੰਚ ਜਾਂਦਾ ਨਾ, ਉੱਥੇ ਹੀ ਬਰਸ ਜਾਂਦਾ। ਕਿੱਥੇ ਉਹ ਨਦੀਆਂ ਦੇ ਰੂਪ 'ਚ ਉਹਨਾਂ ਤੱਟਾਂ ਮੇਘਾਂ ਹੈ ਨਾ, ਉਹ ਖੇਤਾਂ ਦੇ ਨੇੜੇ ਤੇੜੇ ਕਿੱਦਾਂ ਉਹ ਨਦੀਆਂ ਦੇ ਰੂਪ 'ਚ ਖੁਦ ਹੀ ਪਹੁੰਚ ਜਾਂਦਾ ਤਾਂ ਕਿ ਉਹ ਬਨਸਪਤੀ ਨੂੰ ਪਾਣੀ ਦੇ ਸਕੇ। ਕਿੱਦਾਂ ਉਹ ਹਵਾ ਦੇ ਰੂਪ ਵਿੱਚ ਚੱਲ ਪੈਂਦਾ ਕਿ ਜਿੱਥੇ ਇੱਕ ਹਵਾ ਦੀ ਲੋੜ ਹੋਵੇ, ਠੰਡ ਦੀ, ਤੁਹਾਨੂੰ ਗਰਮੀ ਦੇ ਵਿੱਚ ਉਹ ਇੱਕ ਠੰਡੀ ਹਵਾ ਦੇ ਝੋਂਕੇ ਵਾਂਗ ਰਾਹਤ ਦੇ ਜਾਂਦਾ। ਕਿੱਦਾਂ ਉਹ ਇੱਕ ਟਰੀਜ਼ ਦੇ ਰੂਪ ਵਿੱਚ ਵੀ ਸੋਹਣੇ ਸੋਹਣੇ ਪੱਤਿਆਂ ਦੇ ਫੁੱਲਾਂ ਦੇ ਰੂਪ ਵਿੱਚ ਖੂਬਸੂਰਤੀ ਵਧਾਉਂਦਾ, ਕਿ ਤੈਨੂੰ ਤਾਂ ਸਿਰਫ ਮਾਨਣਾ ਸੀਗਾ ਉਸਨੂੰ, ਕਿ ਉਹ ਕਿੱਦਾਂ ਪ੍ਰਭੂ ਪਤੀ ਪਰਮਾਤਮਾ ਵੀ ਮੋਹ ਰਿਹਾ ਸਭ ਨੂੰ, ਹੈ ਨਾ, ਪ੍ਰੇਮ ਕਰਨਾ ਸੀਗਾ, ਉਹਨੂੰ ਦੇਖ ਕੇ ਸਿਰਫ ਉਹਨੂੰ ਯਾਦ ਕਰਨਾ ਸੀ, ਹਰ ਜ਼ਰੇ ਜ਼ਰੇ ਦੇ ਵਿੱਚ ਦੇਖ ਕੇ ਉਹਨੂੰ ਯਾਦ ਕਰਨਾ ਸੀ। ਭਾਵੇਂ ਉਹ ਇੱਕ ਮਨੁੱਖ ਹੀ ਕਿਉਂ ਨਹੀਂ ਆ, ਕਿ ਭਾਵੇਂ ਸਾਨੂੰ ਲੱਗਦਾ ਕਿ ਵੀ ਇਹਨੇ ਸਾਨੂੰ ਕੁਛ ਗਲਤ ਬੋਲਿਆ, ਸਾਡਾ ਧਿਆਨ ਇਸ ਚੀਜ਼ 'ਤੇ ਚਲੇ ਜਾਂਦਾ, ਪਰ ਸਾਨੂੰ ਤਾਂ ਇਹ ਕੋਸ਼ਿਸ਼ ਕਰਨੀ ਸੀ ਕਿ ਨਹੀਂ, ਮੈਂ ਤਾਂ ਵੀ ਉਸ ਪਰਮਾਤਮਾ ਨੂੰ ਦੇਖਣਾ, ਵੀ ਉਹਨੂੰ ਯਾਦ ਕਰਨਾ, ਵੀ ਉਹਨੂੰ ਦੇਖ ਕੇ ਵੀ, ਹੈ ਨਾ। ਤਾਂ ਗੁਰੂ ਸਾਹਿਬ ਕਹਿੰਦੇ ਤਿਸ ਜੁਹਾਰੀ ਸਵਾਸਤ ਤਿਸ ਦੀ ਬਾਨ ਪੱਗ, ਕਹਿੰਦੇ ਕਿ ਉਹ ਜਿਹੜਾ ਪਰਮਾਤਮਾ ਵੀ ਜਿਹਨੇ ਇੰਨੀ ਦੁਨੀਆ ਇੰਨੀ ਇੱਕ ਪੂਰੀ ਕ੍ਰੀਏਸ਼ਨ ਸਾਜੀ ਜਿਹੜੀ, ਮੈਂ ਵੀ ਉਹਨੂੰ ਪ੍ਰਣਾਮ ਕਰਦਾ ਹਾਂ ਨਾ, ਵੀ ਮੈਂ ਸਦਕੇ ਜਾਣਾ, ਜੁਹਾਰੀ ਮਤਲਬ ਮੈਂ ਪ੍ਰਣਾਮ ਕਰਦਾ ਹਾਂ।
ਸਵਾਸਥ ਵੀ ਉਹਦੀ ਜੈ ਹੋਵੇ, ਵੀ ਸਦਾ ਅਟਲ ਰਹੇ। ਸਵਾਸਥ ਤਿਸ ਵੀ ਉਸ ਪ੍ਰਭੂ ਦੀ ਜੈ ਹੋਵੇ, ਤਿਸ ਦੀ ਬਾਣ ਅਭੰਗ ਵੀ ਉਹ ਪਰਮਾਤਮਾ, ਉਸ ਪਰਮਾਤਮਾ ਦਾ ਜਿਹੜਾ ਦਰਬਾਰ ਆ, ਉਹ ਪ੍ਰਭੂ ਦਾ ਆਸਰਾ ਨਾ ਉਹ ਕਦੇ ਅਟਲ ਵੀ ਉਹ ਨਾਸ ਨਹੀਂ ਹੋਣ ਵਾਲਾ, ਨਾ ਉਹ ਕਦੇ ਇੱਦਾਂ ਨਾਸ ਹੋਣ ਵਾਲਾ ਜਿਹਦਾ ਦਰਬਾਰ ਆ ਉਹਦਾ ਗੁਰੂ ਸਾਹਿਬ ਕਹਿੰਦੇ ਕਿ ਮੈਂ ਉਹ ਤੋਂ ਸਦਕੇ ਵੀ ਉਹਦੀ ਜੈ ਜੈਕਾਰ ਹੋਵੇ, ਜਿਹੜਾ ਉਹ ਪ੍ਰਭੂ ਦਾ ਜੀਵਾਂ ਦਾ ਆਸਰਾ ਹੈ, ਵੀ ਉਹ ਪ੍ਰਭੂ ਵੀ ਉਹ ਸਦਾ ਅਟਲ ਆ, ਵੀ ਉਹ ਕਦੇ ਨਾਸ਼ ਰਹਿਤ ਆ ਇੱਕ ਤਰੀਕੇ ਨਾਲ, ਕਿਉਂਕਿ ਉਹ ਤਾਂ ਉਦੋਂ ਵੀ ਸੀਗਾ ਜਦੋਂ ਇਹ ਸਭ ਕੁਛ ਨਹੀਂ ਸੀ, ਹੈ ਨਾ। ਹੁਣ ਇਹ ਤਾਂ ਉਹਦਾ ਹੀ ਪਸਾਰਾ ਹੈ, ਉਹਦੀ ਮੌਜ ਆ ਗੁਰੂ ਸਾਹਿਬ ਨੇ ਕਿ ਉਹਨੇ ਖੇਲ ਰਚਾਇਆ, ਜਦ ਚਾਹੇ ਆਪਣੇ ਸੰਭਾਲੇ, ਜਬ ਆਕਰਖ ਕਰਥੋ ਕਬੂ ਤੁਮ ਮੈਂ ਮਿਲੇ ਦੇ ਤਰ ਸਭੂ, ਕਿ ਉਹਨੇ ਤਾਂ ਉਹਦੀ ਮੌਜ ਆ ਕਿ ਉਹਨੇ ਜਦ ਉਹਦਾ ਹੋਇਆ ਤਦ ਉਹਨੇ ਸਭ ਕੁਛ ਆਪਣੇ 'ਚ ਹੀ ਸੰਭਾਲ ਲੈਣਾ ਹੈਗਾ, ਕਿਉਂਕਿ ਉਹਦਾ ਹੀ ਪਸਾਰਾ। ਕਿ ਅਸੀਂ ਤਾਂ ਉਹਦੀ ਬਸ ਇੰਨੀ ਕ੍ਰੀਏਸ਼ਨ ਦੇਖ ਕੇ ਅਸੀਂ ਚਿੰਤਾ ਨਹੀਂ, ਅਸੀਂ ਤਾਂ ਉਹਦਾ ਚਿੰਤਨ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਣਾਮ ਕਰ ਸਕਦੇ ਹਾਂ। ਬਸ ਇੱਕ ਉਹਦੇ ਇੱਕ ਪ੍ਰਭੂ ਪਤੀ ਨੂੰ ਜੈ ਕਰ ਸਕਦੇ ਹਾਂ, ਉਹਦੇ ਨਾਮ ਦਾ ਜਾਪ ਕਰਕੇ, ਉਹਦਾ ਚਿੰਤਨ ਕਰਕੇ ਬਸ ਹਰ ਟਾਈਮ ਉਹਦੀ ਸ਼ਰਨ 'ਚ ਰਹਿ ਸਕਦੇ ਹਾਂ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਵੀ ਟਿੱਕਾ ਇੱਕ ਜਿਵੇਂ ਇਹਦੇ ਵਿੱਚ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜਿਹੜੇ ਆਪਣੇ ਹਿੰਦੂ ਭੈਣ ਵੀਰ ਨੇ ਉਹ ਟਿੱਕਾ ਅਤੇ ਟਿੱਕਾ ਲਗਾਉਂਦੇ ਨੇ ਮੱਥੇ 'ਤੇ ਅਤੇ ਜਨੇਊ ਪਾਉਂਦੇ ਨੇ, ਹੈ ਨਾ। ਤਾਂ ਗੁਰੂ ਸਾਹਿਬ ਕਹਿੰਦੇ ਕਿ ਵੀ ਉਹ ਇਹ ਨਾਨਕ ਵੀ ਉਹ ਹਰੀ ਦਾ ਸੱਚਾ ਨਾਮ ਤਾਂ ਸਿਮਰਨ ਤੋਂ ਬਿਨਾਂ ਤਾਂ ਜਿੰਨੇ ਵੀ ਜਨੇਊ ਨੇ, ਟਿੱਕੇ ਨੇ, ਇਹ ਤਾਂ ਸਿਰਫ ਭੇਖ ਨੇ, ਵੀ ਇਹ ਕਿਸੇ ਦਾ ਅਰਥ ਨਹੀਂ ਆ। ਵੀ ਜੇ ਬੰਦਾ ਸੋਚੇ, ਹੁਣ ਬ੍ਰਾਹਮਣ ਦਾ ਇਹ ਹੁੰਦਾ ਸੀਗਾ ਕਿ ਅਸੀਂ ਸ਼ਾਇਦ ਜੇ ਜਨੇਊ ਪਾਉਂਦੇ ਹਾਂ ਕਿ ਪਰਮਾਤਮਾ ਤਾਂ ਸਾਡੇ ਵੱਸ 'ਚ ਆ ਨਾ, ਉਹਨਾਂ ਨੂੰ ਇੱਦਾਂ ਫੀਲ ਹੁੰਦਾ ਸੀ ਕਿ ਪਰਮਾਤਮਾ ਸਾਡੇ ਵੱਸ 'ਚ ਆ, ਕਿ ਤੁਸੀਂ ਸਭ ਸਾਡੇ ਸਾਹਮਣੇ ਨਿਊ ਹੋਰ ਜਾਤੀਆਂ ਦੇ ਜਿੱਦਾਂ ਉਹਨਾਂ ਨੂੰ ਕਰਦੇ ਸੀ, ਉਹਨਾਂ ਨੂੰ ਥੱਲੇ ਰੱਖਦੇ ਸੀਗੇ ਕਿ ਪਰਮਾਤਮਾ ਅਸੀਂ ਵੱਸ 'ਚ ਆ, ਕਿ ਉਹ ਸਾਡੇ ਕੋਲ ਹੈ, ਤੁਹਾਡੇ ਕੋਲ ਨਹੀਂ ਆ। ਤਾਂ ਗੁਰੂ ਸਾਹਿਬ ਕਹਿੰਦੇ ਵੀ ਉਹ ਹਰੀ ਦਾ ਸੱਚੇ ਨਾਮ ਸਿਮਰਨ ਤੋਂ ਬਿਨਾਂ ਇਹ ਜਨੇਊ ਅਤੇ ਟਿੱਕੇ ਦਾ ਕੋਈ ਵੀ ਤੁਹਾਨੂੰ ਲੱਗ ਰਿਹਾ, ਪਰ ਉਹ ਐਡਾ ਵਿਸ਼ਾਲ ਪਰਮਾਤਮਾ ਵੀ ਜਿਹਨੇ ਇੰਨੀ ਰਚਨਾ ਸਾਜੀ ਹੈ ਕਿ ਉਹ ਤੁਹਾਡੇ ਵੱਸ 'ਚ ਆ, ਸਿਰਫ ਇੱਕ ਜਨੇਊ ਅਤੇ ਟਿੱਕਾ ਲਗਾ ਕੇ। ਹੁਣ ਜੇ ਮੈਂ ਆਪਣੇ 'ਤੇ ਗੱਲ ਆਵਾਂ ਕਿ ਜੇ ਅਸੀਂ ਕਦੇ ਸੋਚ ਲਈਏ ਕਿ ਸ਼ਾਇਦ ਕਿ ਅਸੀਂ ਜੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਕਰੀ ਅਤੇ ਅਸੀਂ ਇਹ ਸੋਚੀਏ ਕਿ ਗੁਰੂ ਸਾਹਿਬ ਹੁਣ ਵੀ ਗੁਰੂ ਸਾਹਿਬ ਤਾਂ ਸਾਡੇ ਹੀ ਨੇ, ਬਸ ਕਿ ਸਾਡੇ ਹੀ ਵੱਸ 'ਚ ਹੈ ਕਿ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਸ਼ਾਇਦ, ਹੈ ਨਾ। ਕਿ ਅਸੀਂ ਸੋਚੇ ਕਿ ਇੱਕ ਦਿਨ ਅਸੀਂ ਪਿਆਰ ਨਾਲ ਜਾਪ ਕਰ ਲਿਆ ਕਿ ਅਸੀਂ ਉਹ ਸ਼ਾਇਦ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਨਾ। ਤਾਂ ਪਰ ਗੁਰੂ ਸਾਹਿਬ ਨੇ ਜਿੰਨੀ ਇੰਨੀ ਰਚਨਾ ਸਾਜੀ, ਉਹ ਤਾਂ ਸਭ ਦੇ ਵਿੱਚ ਬੈਠਾ ਨਾ, ਉਹ ਸਭ ਜੀਆਂ ਦੇ ਵਿੱਚ ਬੈਠਾ, ਭਾਵੇਂ ਕਿਸੇ ਨੇ ਅੰਮ੍ਰਿਤ ਛਕਿਆ, ਭਾਵੇਂ ਨਹੀਂ ਛਕਿਆ, ਭਾਵੇਂ ਹੋਰ ਧਰਮ ਦਾ, ਭਾਵੇਂ ਜੇ ਨਹੀਂ ਵੀ ਮੰਨਦਾ ਕਿਸੇ ਧਰਮ ਨੂੰ ਤਾਂ ਵੀ ਉਸ 'ਚ ਸਭ 'ਚ ਬੈਠਾ। ਸਿਰਫ ਇੱਕ ਇਹ ਸੋਚ ਕੇ ਕਿ ਮੈਂ ਜੇ ਇੱਕ ਕਦਮ ਗੁਰੂ ਸਾਹਿਬ ਵੱਲ ਤੁਰਿਆ ਸ਼ਾਇਦ ਗੁਰੂ ਸਾਹਿਬ ਮੇਰੇ ਵੱਸ 'ਚ ਹੋ ਗਏ, ਇਹ ਸੱਚ ਨਹੀਂ ਆ। ਗੁਰੂ ਸਾਹਿਬ ਕਹਿੰਦੇ ਕਿ ਵੀ ਉਹਦਾ ਸੱਚੇ ਨਾਮ ਸਿਮਰਨ ਤੋਂ ਬਿਨਾਂ, ਉਹਦੀ ਨਾਮ ਸਿਮਰਨ ਦੀ ਕਮਾਈ ਤੋਂ ਬਿਨਾਂ ਨਾ, ਇਹ ਸਭ ਕੁਛ ਭੇਖ ਹੀ ਆ। ਉਹਦਾ ਸੱਚਾ ਨਾਮ ਕੀ ਆ, ਉਹਦੀ ਕ੍ਰੀਏਸ਼ਨ ਨੂੰ ਦੇਖਣਾ, ਉਹਦੇ ਪਰਮਾਤਮਾ ਨੂੰ ਇੱਕ ਦਿਲੋਂ ਇੱਕ ਕੂਕ ਮਾਰਨੀ ਪਿਆਰ ਦੇ ਵਿੱਚ, ਕਿ ਉਹਨੂੰ ਹਮੇਸ਼ਾ ਸਿਮਰਦੇ ਰਹਿਣਾ, ਉਹਨੂੰ ਹਮੇਸ਼ਾ ਯਾਦ ਕਰਦੇ ਰਹਿਣਾ। ਇਹ ਕੁਦਰਤ ਦਾ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਉਹਨੂੰ ਦੇਖ ਕੇ ਉਹਨੂੰ ਬਸ ਚਿੰਤਨ ਕਰਦੇ ਰਹਿਣਾ ਉਹਦਾ, ਹੈ ਨਾ। ਵੀ ਉਹੀ ਆ ਅਸਲੀ, ਉਹਦਾ ਸੱਚਾ, ਉਹਨੂੰ ਪਿਆਰ ਕਰਨ ਦਾ ਤਰੀਕਾ। ਸਿਰਫ ਇੱਕ ਟਿੱਕਾ ਜਾਂ ਤੱਗ ਜਾਂ ਇਹ ਸੋਚ ਕੇ ਅਸੀਂ ਉਹ ਪਰਮਾਤਮਾ ਨੂੰ ਨਹੀਂ ਆਪਣੇ ਵੱਸ 'ਚ ਕਰ ਸਕਦੇ। ਉਹਨੂੰ ਤਾਂ ਬਸ ਇੱਕ ਪ੍ਰੇਮ ਨਾਲ ਹੀ, ਹੈ ਨਾ, ਸਿਰਫ ਇੱਕ ਪ੍ਰੇਮ ਦੇ ਨਾਲ ਹੀ ਉਹ ਪਰਮਾਤਮਾ ਨੂੰ ਆਪਣੇ ਵੱਸ 'ਚ ਕੀਤਾ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਉਸ ਪਰਮਾਤਮਾ ਨੂੰ ਆਪਣੇ ਵੱਸ 'ਚ ਕੀਤੇ ਜਾਣ ਦਾ। ਉਹ ਸਭ ਭੇਖ ਹੋ ਜਾਂਦਾ। ਜਿਹੜੇ ਕਰਮ ਦੇ ਵਿੱਚ ਖਾਲਸਾ ਜੀ ਵੀ ਜਿੱਦਾਂ ਆਪਾਂ ਨੂੰ ਸਮਝਾਉਂਦੇ ਉਹਨੂੰ, ਵੀ ਜਿਹੜਾ ਕਰਮ ਦੇ ਵਿੱਚ ਸਿਰਫ ਆਪਾਂ ਉਹ ਪ੍ਰਭੂ ਪ੍ਰਤੀ ਪਰਮਾਤਮਾ ਨੂੰ, ਹੈ ਨਾ, ਕੱਢ ਦਿੰਦੇ ਹਾਂ, ਵੀ ਉਹ ਸਿਰਫ ਇੱਕ ਭੇਖ ਰਹਿ ਜਾਂਦਾ, ਕਿਉਂਕਿ ਉਹਦੇ ਵਿੱਚ ਉਹ ਪਰਮਾਤਮਾ ਦੀ ਜਿਹੜੀ ਕਿਰਤ ਉਹ ਨਿਕਲ ਗਈ ਤਾਂ ਉਹ ਭੇਖ ਰਹਿ ਜਾਂਦਾ ਹੈ। ਇੰਨੀ ਵਿਚਾਰ ਸਾਂਝੀ ਕਰਨ ਦੀ ਵਿਚਾਰ ਹੁੰਦੀਆਂ, ਗਲਤੀਆਂ ਹੋਣ ਜੀ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।